बिपत छाड़ बिखे बिख खाई। माया मोह परम पै फूले, सुतदारा स्यों प्रीत लगाए। एक उत्तम पंथ सुनियो, गुर संगत तह मिलंत जम त्रास मिटाए। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। जुगो जुग अटल चवर छतर तख्त मालिक, हाजरा हजूर ज़ारा ज़हूर। शब्द गुरु धन सतगुरु गुरु ग्रंथ साहिब सच्चे पातशाह महाराज जी दी पावन पवित्र निगी गोद अंदर जुड़ बैठे सतसंगी जनो वड्डियां भागां वाले हो। सतगुरु जी ने आप रहमत करके अपनी चरण शरण दे विच जुड़ बैठन दा ये पावन सुभाग समा बख्शिया है। गुरदेव पातशाह दे पावन बचन ने कि कुर्बान जाई उस वेला सुहावी, जित तुमरे द्वारे आया। दाता उस समय तू कुर्बान जांदा हाँ, सदके जांदा हाँ, जदों ये सीस तेरे चरनां दे अंदर झुकदा है। तेरे चरनां दे च आके मालिक मैं प्रभु तेरे चरनां दे सजदा करदा हाँ। वो समा मुबारक है, वो समा सफला है। सतगुर रहमत करन आप जियां ने अमृत वेले तो दीवाना दियां हाजरियां भरियां ने। मेरे तो पहला गुरु घर दे कीर्तनियां ने आप जी नूं शब्द गुरबाणी दे नाल जोड़िया है। समा है गुरमत विचारां दा। लड़ीवार विचार दे विचों अज बाबा फरीद साहब जी दे पावन सलोकां दे विचों 23 नंबर सलोक जो है उसकी विचार असी करनी है। मनोबिरतियां नूं इकागर करो, सारे रल के ये सलोक सरवण करिए जी। सतनाम वाहिगुरु जी। फरीदा लोड़े दाख बिजोरियां, किकर बीजै जट। हंडै उन कताएं दा, पैंधा लोड़े पट। हंडै उन कताएं दा, पैंधा लोड़े पट। बाबा फरीद साहब जी का ये पावन सलोक, जिन्हां ने रहमत करके साडी सखणी झोली दे विच इस शब्द की दात पाई है। बाबा फरीद साहब रहमत करते ने कि फरीदा लोड़े दाख बिजोरियां। लोड़े तू भाव तू लोड़ रहा है, तू चाह रहा है, प्राप्त करना चाहता है। दाख बिजोरियां, दाख तू भाव दाखा। दाखा किया जाता है, विद्वान कहते हैं कि जो छोटा अंगूर होता है। बिजोरियां तू भाव बिजोर इलाके दे विच जो ये छोटा अंगूर प्राप्त होता है। बाबा फरीद साहब आखते हैं कि लोड़ है दाख बिजोरियां ते नाल क्या कि किकर बीजै जट। जट बीजदा ते किकर है, पर आस करता है, प्राप्त करना चाहता है। बिजोर इलाके दियां वो दाखां, वो छोटे अंगूर प्राप्त करना चाहता है। तो इत्थे ही बस नहीं, आखदे ने कि हंडै उन कताएं दा। हंडै तू पाउंदा हंडदा फिरदा है। हंडै उन कताएं दा कि उन नूं कतदा है।
ਪਹਿਨਦਾ ਲੋੜੈ ਪੱਟ ਤੇ ਪਹਿਨਣ ਵਾਸਤੇ ਪੱਟ ਤੋਂ ਭਾਵ ਰੇਸ਼ਮੀ ਕੱਪੜਿਆਂ ਦੀ ਆਸ ਕਰਦਾ ਹੈ ਔਰ ਉਹਨਾਂ ਨੂੰ ਕੱਤੀ ਜਾ ਰਿਹਾ ਹੈ। ਬਾਬਾ ਫਰੀਦ ਸਾਹਿਬ ਨੇ ਜੋ ਇਹਨਾਂ ਪਾਵਨ ਸ਼ਲੋਕ ਦੇ ਅੰਦਰ ਰਹਿਮਤ ਕਰਕੇ ਸਮਝਾਇਆ, ਜੇ ਬੀਜਦਾ ਕੁਝ ਹੋਰ ਹੈ ਪਰ ਆਸ ਕਿਸੇ ਹੋਰ ਦੀ ਕਰਦਾ ਹੈ। ਸੱਚ ਜਾਣਿਓ ਬੀਜਦਾ ਇਹ ਜ਼ਹਿਰ ਹੈ ਔਰ ਅੰਮ੍ਰਿਤ ਦੀ ਆਸ ਕਰਦਾ ਹੈ। ਲੋਕਾਂ ਲਈ ਬੀਜਦਾ ਇਹ ਜ਼ਹਿਰ ਹੈ ਔਰ ਅੰਮ੍ਰਿਤ ਪ੍ਰਾਪਤ ਕਰਨਾ ਚਾਹੁੰਦਾ ਹੈ। ਬੀਜਦਾ ਇਹ ਦੁੱਖ ਹੈ ਔਰ ਸੁੱਖਾਂ ਦੀ ਆਸ ਕਰਦਾ ਹੈ। ਤਾਂ ਹੀ ਗੁਰਦੇਵ ਨੇ ਬਾਣੀ ਅੰਦਰ ਆਖਿਆ, ਮਹਾਰਾਜ ਆਖਦੇ ਨੇ ਕਿ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ, ਕਿ ਬਿਖ ਨੂੰ ਬੀਜ ਕੇ ਅੰਮ੍ਰਿਤ ਦੀ ਆਸ ਤੋਂ ਕਿਵੇਂ ਕਰ ਸਕਦਾ ਹੈ ਇਨਸਾਨ, ਕਿਉਂਕਿ ਇਹ ਸਰੀਰ ਤੇਰਾ ਕਰਮ ਰੂਪੀ ਧਰਤੀ ਹੈ ਤੇ ਕਰਮ ਰੂਪੀ ਧਰਤੀ ਉੱਪਰ ਜੀਵ ਜਿਸ ਤਰ੍ਹਾਂ ਦਾ ਬੀਜ ਬੋਂਦਾ ਹੈ ਉਸੇ ਤਰ੍ਹਾਂ ਦਾ ਫਲ ਇਸ ਨੂੰ ਪ੍ਰਾਪਤ ਹੋਏਗਾ। ਕਿੱਕਰ ਬੀਜ ਕੇ ਇਹ ਦਾਖਾਂ ਦੀ ਆਸ ਨਹੀਂ ਕਰ ਸਕਦਾ, ਕਿਉਂਕਿ ਕਰਮ ਰੂਪੀ ਧਰਤੀ ਪਰ ਬੀਜਿਆ ਹੋਇਆ ਹੀ ਜੀਵ ਨੂੰ ਪ੍ਰਾਪਤ ਹੋਏਗਾ। ਇਹਨਾਂ ਪਾਵਨ ਸ਼ਲੋਕਾਂ ਅੰਦਰ ਬਾਬਾ ਫਰੀਦ ਸਾਹਿਬ ਨੇ ਕਰਮਾਂ ਦੀ ਗੱਲ ਕੀਤੀ ਹੈ, ਪਰ ਸੱਚ ਜਾਣਿਓ ਗੁਰਬਾਣੀ ਨੇ ਜਿੱਥੇ ਕਰਮ ਦੀ ਗੱਲ ਕੀਤੀ, ਅਨ ਮਤਾਂ ਅੰਦਰ ਕੇਵਲ ਕਰਮ ਦੀ ਗੱਲ ਹੈ, ਕਰਮ ਪ੍ਰਧਾਨ ਨੇ। ਪਰ ਕੇਵਲ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਕਰਮ ਹੈ, ਜਿਹੜਾ ਘਰ ਆਖਦਾ ਹੈ ਕਿ ਕਰਮ ਪ੍ਰਧਾਨ ਨੇ, ਪਰ ਕਰਮਾਂ ਤੋਂ ਉੱਪਰ ਉਸ ਮਾਲਕ ਦੀ ਬਖਸ਼ਿਸ਼ ਹੈ, ਰੱਬ ਦੀ ਰਹਿਮਤ ਹੈ, ਰੱਬ ਦੀ ਅਨਾਇਤ ਹੈ। ਉਸ ਨੂੰ ਅੱਜ ਅਸੀਂ ਵਿਚਾਰਨਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਜਪਜੀ ਸਾਹਿਬ, ਜਿਨ੍ਹਾਂ ਦੇ ਅੰਦਰ ਅਸੀਂ 5 ਖੰਡਾਂ ਦੀ ਗੱਲ ਕਰਦੇ ਹਾਂ, 5 ਖੰਡਾਂ ਦੀ ਵਿਚਾਰ ਕਰਦੇ ਹਾਂ। ਪਹਿਲੇ ਖੰਡ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧਰਮ ਖੰਡ ਦੀ ਗੱਲ ਕੀਤੀ। ਮਹਾਰਾਜ ਨੇ ਧਰਮ ਖੰਡ ਦੀ ਗੱਲ ਕਰਦਿਆਂ ਆਖਿਆ ਕਿ ਇਨਸਾਨ, ਰੱਬ ਨੇ ਤੇਰੇ ਉੱਪਰ ਬੜੀਆਂ ਅਨਾਇਤਾਂ, ਰੱਬ ਨੇ ਬੜੀਆਂ ਬਖਸ਼ਿਸ਼ਾਂ ਤੇਰੇ ਉੱਪਰ ਕੀਤੀਆਂ ਨੇ। ਗੁਰਦੇਵ ਦਾ ਪਹਿਲੇ ਖੰਡ ਦੇ ਅੰਦਰ ਬਚਨ ਹੈ, ਰਾਤੀ ਰੁੱਤੀ ਥਿੱਤੀ ਵਾਰ। ਪਰਮਾਤਮਾ ਨੇ ਇਸ ਜਹਾਨ ਦੇ ਅੰਦਰ, ਇਸ ਸ੍ਰਿਸ਼ਟੀ ਦੇ ਅੰਦਰ ਰਾਤੀ ਤੋਂ ਭਾਵ ਰਾਤਾਂ ਬਣਾਈਆਂ, ਕਿ ਜੇ ਇਨਸਾਨ ਸਾਰਾ ਦਿਨ ਕੰਮ ਕਰਦਾ ਹੈ ਤੇ ਰਾਤ ਨੂੰ ਸੌਣ ਵਾਸਤੇ ਉਹ ਰਾਤ ਬਣਾਈ ਹੈ। ਤੇ ਆਪ ਜੀ ਸਿਆਣੇ ਸਰੋਤੇ ਬੈਠੇ ਹੋਏ ਹੋ, ਭਾਵੇਂ ਮਨੁੱਖ ਦਿਨੇ ਜਿਤਨਾ ਮਰਜ਼ੀ ਆਰਾਮ ਕਰ ਲੇ, ਪਰ ਜੋ ਰੱਬ ਨੇ ਰਾਤ ਬਣਾਈ ਹੈ ਆਰਾਮ ਕਰਨ ਵਾਸਤੇ, ਉਹਦਾ ਇੱਕ ਆਪਣਾ ਹੀ ਸੁੱਖ ਹੈ। ਕੇਵਲ ਮਨੁੱਖ ਹੀ ਨਹੀਂ, ਪਸ਼ੂ ਪੰਛੀ ਵਨਸਪਤੀ ਸਾਰੇ ਹੀ ਆਪਣੇ ਆਪ ਨੂੰ ਰਾਤ ਨੂੰ ਸੰਕੋਚ ਲੈਂਦੇ ਨੇ। ਤੇ ਬਾਬੇ ਨਾਨਕ ਨੇ ਵੀ ਜਪਜੀ ਸਾਹਿਬ ਦੇ ਸ਼ਲੋਕ ਅੰਦਰ ਇਹ ਰਹਿਮਤ ਕੀਤੀ। ਮਹਾਰਾਜ ਆਖਦੇ ਨੇ ਕਿ ਦਿਵਸ ਰਾਤ ਦੋਏ ਦਾਈ ਦਾਇਆ। ਦਿਨ ਉਹ ਰਾਤ ਦਾਈ ਦਾਇਆ ਨੇ। ਦਾਈ ਤੋਂ ਭਾਵ ਜੋ ਰਾਤ ਨੂੰ ਬੱਚਿਆਂ ਨੂੰ ਖਿਲਾਉਂਦੀ ਹੈ, ਤੇ ਦਾਇਆ ਜੋ ਦਿਨੇ ਜਿਹੜਾ ਬੱਚਿਆਂ ਨੂੰ ਖਿਲਾਉਂਦਾ ਹੈ। ਮਨੁੱਖ ਸਾਰਾ ਦਿਨ ਕੰਮ ਕਰਕੇ ਜਦੋਂ ਰਾਤ ਨੂੰ ਸੌਂਦਾ ਹੈ ਤੇ ਉਹ ਰਾਤ ਦਾਈ ਬਣ ਕੇ ਉਸ ਨੂੰ ਖਿਲਾਉਂਦੀ ਹੈ। ਸਤਿਗੁਰ ਪਾਤਸ਼ਾਹ ਆਖਦੇ ਨੇ ਕਿ ਰੱਬ ਨੇ ਤੇਰੇ ਉੱਪਰ ਰਹਿਮਤ ਕੀਤੀ ਕਿ ਉਸ ਮਾਲਕ ਨੇ ਰਾਤਾਂ ਬਣਾਈਆਂ, ਰਾਤੀ ਰੁੱਤੀ, ਰੁੱਤੀ ਤੋਂ ਭਾਵ 6 ਰੁੱਤਾਂ ਬਣਾਈਆਂ। ਜੇ ਕੇਵਲ ਮੈਂ ਕਹਾਂ ਕਿ ਬਸੰਤ ਦੀ ਹੀ ਰੁੱਤ ਰਹੇ, ਬਾਰਿਸ਼ ਦੀ ਹੀ ਰੁੱਤ ਰਹੇ, ਗਰਮੀ ਦੀ ਹੀ ਰੁੱਤ ਰਹੇ, ਤੇ ਕਈ ਥਾਵਾਂ ਦੇ ਉੱਪਰ, ਕਈ ਦੇਸ਼ਾਂ ਉੱਪਰ ਇੱਕੋ ਰੁੱਤ ਹੈ, ਪਰੇਸ਼ਾਨ ਹੋ ਜਾਂਦੇ ਨੇ। ਬਸ ਅਸੀਂ ਭਾਰਤ ਵਰਸ਼ ਦੇ ਵਿੱਚ ਉਹ ਸਾਰੀਆਂ ਰੁੱਤਾਂ ਦਾ ਆਨੰਦ ਮਾਣਦੇ ਹਾਂ। ਰੱਬ ਨੇ ਉਹ ਸਾਰੀਆਂ ਰੁੱਤਾਂ ਬਣਾਈਆਂ ਨੇ, ਤੇ ਮਹਾਰਾਜ ਆਖਦੇ ਨੇ ਕਿ ਉਹਨਾਂ ਰੁੱਤਾਂ ਦੇ ਅੰਦਰ ਜੀਵ ਤੂੰ ਸਾਰੀਆਂ ਰੁੱਤਾਂ ਅੰਦਰ, ਗਰਮੀ ਦੀ ਹੈ, ਸਰਦੀ ਦੀ ਹੈ, ਬਸੰਤ ਦੀ ਹੈ, ਇਹ ਵੀ ਤੈਨੂੰ ਸੁੱਖ ਦਿੰਦੀਆਂ ਨੇ। ਰਾਤੀ ਰੁੱਤੀ ਥਿੱਤੀ, ਥਿੱਤੀ ਤੋਂ ਭਾਵ ਜਿਹਦਾ ਸੰਬੰਧ ਚੰਦਰਮਾ ਦੇ ਨਾਲ ਹੈ। ਪੂਰਨਮਾਸ਼ੀ ਤੋਂ ਮੱਸਿਆ, ਤੇ ਮੱਸਿਆ ਤੋਂ ਪੂਰਨਮਾਸ਼ੀ, ਇਹ ਥਿੱਤਾਂ ਜਿਹੜੀਆਂ ਗਿਣੀਆਂ ਜਾਂਦੀਆਂ ਨੇ 15-15। ਮਹਾਰਾਜ ਆਖਦੇ ਨੇ ਕਿ ਰਾਤੀ ਰੁੱਤੀ ਥਿੱਤੀ ਵਾਰ। ਵਾਰ ਤੋਂ ਆਪ ਜੀ ਨੂੰ ਪਤਾ ਹੈ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ 7 ਦਿਹਾੜੇ ਇਹ ਵਾਰਾਂ ਦੇ। ਪਵਨ ਪਾਣੀ ਅਗਨੀ ਪਾਤਾਲ, ਰੱਬ ਨੇ ਪਵਨ ਬਣਾਇਆ, ਹਵਾ ਬਣਾਈ, ਜਿਹੜੀ ਆਕਸੀਜਨ ਅਸੀਂ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਭੋਗਦੇ ਹਾਂ। ਔਰ ਮੈਨੂੰ ਕਹਿਣ ਦੇਣਾ ਫ੍ਰੀ ਆਫ ਕੋਸਟ ਭੋਗਦੇ ਹਾਂ, ਇਹਦਾ ਕੋਈ ਮੁੱਲ ਨਹੀਂ ਦਿੰਦੇ। ਅਜੇ ਮਾਤਾ ਦੇ ਗਰਭ ਦੇ ਅੰਦਰ ਜੀਵ ਟਿਕਿਆ, ਉੱਥੇ ਵੀ ਸਵਾਸ ਭੋਗ ਰਿਹਾ। ਸੰਸਾਰ ਦੇ ਵਿੱਚ ਆਇਆ
ਵੱਡੀ ਉਮਰ ਭੋਗੀ ਉਸਨੇ, ਸਾਰੀ ਜ਼ਿੰਦਗੀ ਨੇ ਸਵਾਸ ਭੋਗੇ ਨੇ। ਪਰ ਸਵਾਸਾਂ ਦੀ ਕਦਰ ਉਹਨਾਂ ਨੂੰ ਹੈ ਜਿਹੜਾ ਮਨੁੱਖ ਕੁਝ ਸਮੇਂ ਲਈ ਹਸਪਤਾਲ ਦੇ ਅੰਦਰ ਦਾਖਲ ਹੋ ਜਾਏ, ਡਾਕਟਰ ਕੁਝ ਘੰਟਿਆਂ ਦਾ ਬਿੱਲ ਜਿਹੜਾ ਹੈ 1000 ਰੁਪਏ ਬਣਾ ਕੇ ਦਿੰਦੇ ਨੇ, ਭਈ ਇਤਨੇ ਘੰਟੇ ਤੈਨੂੰ ਆਕਸੀਜਨ ਲੱਗੀ ਰਹੀ। ਪਰ ਇਨਸਾਨ ਇਤਨੇ ਸਾਲ ਗੁਜ਼ਾਰ ਕੇ ਵੀ ਜੋ ਰੱਬ ਦੀ ਦਿੱਤੀ ਹੋਈ ਹਵਾ ਲੈ ਰਹੇ ਹੈ, ਜਿਸ ਰੱਬ ਦੀ ਕਿਰਪਾ ਦੇ ਨਾਲ ਪਵਨ ਪਾਣੀ ਭੋਗ ਰਿਹਾ ਹੈ, ਜਲ ਭੋਗ ਰਿਹਾ ਹੈ, ਜਿਸ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਜੇ ਪ੍ਰਸਾਦ ਪੀਵੈ ਸ਼ੀਤਲ ਜਲਾ, ਸ਼ੀਤਲ ਜਲ ਮਿਲ ਰਿਹਾ ਹੈ। ਜੇ ਪ੍ਰਸਾਦ ਪਾਕ ਭਾਵ ਕੇ ਅੱਗ ਜਿਹੜੀ ਹੰਡਾਉਂਦਾ ਹੈ, ਸਾਰੇ ਪਦਾਰਥ ਅੱਗ ਦੇ ਉੱਪਰ ਤਿਆਰ ਹੁੰਦੇ ਨੇ। ਸਿਆਲਾਂ ਦੀ ਰੁੱਤ ਅੰਦਰ ਮਨੁੱਖ ਉਹਦਾ ਸੇਕ ਮਾਣਦਾ ਹੈ। ਗੁਰਦੇਵ ਪਾਤਸ਼ਾਹ ਨੇ ਆਖਿਆ ਕਿ ਪਵਨ ਪਾਣੀ ਅਗਨੀ ਪਾਤਾਲ, ਇਤਨੀਆਂ ਰਹਿਮਤਾਂ ਕਰਕੇ ਮੇਰੇ ਮਾਲਕ ਆਖਦੇ ਨੇ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰਾ ਕੁਝ ਬਣਾ ਕੇ ਰੱਬ ਨੇ ਰਹਿਮਤ ਕੀਤੀ ਕਿ ਧਰਮ ਕਮਾਉਣ ਲਈ, ਰੱਬ ਦੀ ਬੰਦਗੀ ਕਰਨ ਲਈ, ਪ੍ਰਭੂ ਦੀ ਸਿਫਤ ਸਲਾਹ ਕਰਨ ਲਈ ਇਹ ਸੰਸਾਰ, ਇਹ ਧਰਤੀ ਧਰਮਸਾਲ ਬਣਾਏ ਕਿ ਜੀਵ ਇੱਥੇ ਆ ਕੇ ਤੂੰ ਧਰਮ ਨੂੰ ਕਮਾ। ਕਿ ਭਈ ਪ੍ਰਾਪਤ ਮਾਨੁਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਕੇਵਲ ਤੇ ਕੇਵਲ ਇਸ ਧਰਤੀ ਦੇ ਉੱਪਰ ਆ ਕੇ ਧਰਮ ਨੂੰ ਕਮਾ ਸਕਦਾ ਹੈ। ਇਸ ਲਈ ਗੁਰਦੇਵ ਆਖਦੇ ਨੇ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਤੇ ਨਾਲ ਹੀ ਗੁਰਦੇਵ ਆਖਦੇ ਨੇ ਕਿ ਕੇਵਲ ਤੂੰ ਹੀ ਨਹੀਂ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਰੱਬ ਨੇ ਕਈ ਤਰ੍ਹਾਂ ਦੇ ਜੀਵ ਪੈਦਾ ਕੀਤੇ, ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਜੀਵਨ ਜੀਣ ਦੀਆਂ ਜੁਗਤੀਆਂ ਨੇ। ਕੋਈ ਕਿਸੇ ਤਰੀਕੇ ਨਾਲ ਸੰਸਾਰ ਅੰਦਰ ਜਿੰਦਾ ਹੈ, ਇੰਜ ਕਹਿ ਲਵਾਂ ਕੋਈ ਕਿਸੇ ਧਰਮ ਦੇ ਵਿੱਚ ਜੀ ਰਿਹਾ ਹੈ, ਕੋਈ ਕਿਸੇ ਧਰਮ ਦੇ ਨਾਲ ਸੰਬੰਧ ਰੱਖ ਕੇ ਜਿੰਦਾ ਹੈ। ਕਿਸੇ ਦੀ ਜੀਵਨ ਜੁਗਤੀ ਕਿਸੇ ਤਰ੍ਹਾਂ ਦੀ ਹੈ, ਜੀਵਨ ਜੀਂਦਾ ਢੰਗ ਵੱਖਰੇ ਵੱਖਰੇ ਨੇ। ਤਿਨ ਕੇ ਜੀ ਜੰਤ, ਮਹਾਰਾਜ ਆਖਦੇ ਨੇ ਕਿ ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਵੱਖਰੇ ਵੱਖਰੇ ਨਾਮ ਨੇ। ਪਰ ਗੁਰਦੇਵ ਨੇ ਨਾਲ ਹੀ ਹੈ ਤਾਂ ਕਰਮੀ ਕਰਮੀ ਹੋਏ ਵਿਚਾਰ। ਜੀਵ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਹੀ, ਤੇਰੇ ਕੀਤੇ ਕਰਮਾਂ ਦਾ ਫਿਰ ਵਿਚਾਰ ਕੀਤੀ ਜਾਣੀ ਹੈ। ਕਰਮੀ ਕਰਮੀ ਹੋਏ ਵਿਚਾਰ, ਕਿਉਂਕਿ ਸੱਚਾ ਆਪ, ਸੱਚਾ ਦਰਬਾਰ, ਪ੍ਰਭੂ ਆਪ ਵੀ ਸੱਚਾ ਹੈ, ਉਹਦਾ ਦਰਬਾਰ, ਉਹਦੀ ਕਚਹਿਰੀ ਵੀ ਸੱਚੀ ਹੈ। ਮੈਨੂੰ ਕਹਿਣ ਦੇਣਾ, ਦੁਨਿਆਵੀ ਕਚਹਿਰੀਆਂ ਦੇ ਵਿੱਚ ਤੇ ਮਨੁੱਖ ਰਿਸ਼ਵਤ ਦੇ ਕੇ ਆਪਣੇ ਪਕਸ਼ ਦੇ ਫੈਸਲਾ ਕਰਵਾ ਲੇਗਾ, ਪਰ ਰੱਬ ਦੀ ਕਚਹਿਰੀ ਦੇ ਵਿੱਚ ਨਹੀਂ, ਰੱਬ ਦੀ ਹਜ਼ੂਰੀ ਦੇ ਵਿੱਚ ਨਹੀਂ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੈ। ਉੱਥੇ ਕੇਵਲ ਸੱਚਿਆਰ ਹੀ ਥਾਂ ਪੈਣਗੇ, ਕਿਉਂਕਿ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ, ਸੱਚਾ ਦਰਬਾਰ। ਤੇ ਗੁਰਦੇਵ ਨੇ ਫਿਰ ਕਹਿਤਾ ਕਿ ਤਿੱਥੈ ਸੋਹਨ ਪੰਜ ਪ੍ਰਵਾਨ। ਉੱਥੇ ਸ਼ੋਭਦੇ ਨੇ, ਉਹਨਾਂ ਨੂੰ ਮਾਣ ਮਿਲਦਾ ਹੈ, ਉਹਨਾਂ ਦੀ ਸ਼ੋਭਾ ਹੁੰਦੀ ਹੈ। ਕਿਹਨਾਂ ਦੀ? ਪੰਜ ਪ੍ਰਵਾਨ, ਜੋ ਗੁਰਮੁਖ ਜਨ ਨੇ, ਰੱਬ ਦੀ ਬੰਦਗੀ ਦੇ ਜੁੜੇ ਹੋਏ ਨੇ, ਜਿਨ੍ਹਾਂ ਨੇ ਇਸ ਧਰਮ ਰੂਪੀ ਧਰਤੀ ਦੇ ਵਿੱਚ ਆ ਕੇ ਪ੍ਰਭੂ ਦੀ ਬੰਦਗੀ ਕੀਤੀ ਹੈ। ਤਿੱਥੈ ਸੋਹਨ ਪੰਜ ਪ੍ਰਵਾਨ, ਤੇ ਨਦਰੀ ਕਰਮ ਪਵੈ ਨਿਸ਼ਾਨ। ਪ੍ਰਭੂ ਦੀ ਨਦਰ ਦਾ, ਪ੍ਰਭੂ ਦੀ ਬਖਸ਼ਿਸ਼ ਦਾ, ਰਹਿਮਤ ਦਾ ਨਿਸ਼ਾਨ ਉਹਨਾਂ ਦੇ ਉੱਪਰ ਪੈ ਜਾਂਦਾ ਹੈ। ਜਿਵੇਂ ਜਪ ਨਿਸ਼ਾਨ, ਜਪਜੀ ਸਾਹਿਬ ਦਾ ਪਹਿਲਾ ਨਾਮ ਜੋ ਸੀ ਉਹ ਜਪ ਨਿਸ਼ਾਨ ਸੀ। ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਹਿਰਦੇ ਉੱਪਰ, ਆਤਮਾ ਦੇ ਉੱਪਰ ਜਪ ਦਾ ਨਿਸ਼ਾਨ, ਬੰਦਗੀ ਦਾ ਨਿਸ਼ਾਨ ਪੈ ਗਿਆ। ਉਹ ਕਰੋੜਾਂ ਦੇ ਵਿੱਚੋਂ ਵੀ ਵੱਖਰੇ ਪਛਾਣੇ ਗਏ ਨੇ। ਮਹਾਰਾਜ ਆਖਦੇ ਨੇ ਕਿ ਨਦਰੀ ਕਰਮ ਪਵੈ ਨਿਸ਼ਾਨ, ਕਿਉਂਕਿ ਕੱਚ ਪਕਾਈ ਉੱਥੇ ਪਾਏ। ਜੀਵ ਤੇਰੀ ਕਚਿਆਈ, ਤੇਰੀ ਪਕਿਆਈ ਉੱਥੇ ਜਾ ਕੇ ਪਤਾ ਲੱਗਣਾ ਹੈ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਜਦੋਂ ਪ੍ਰਭੂ ਦੇ ਘਰ ਰੱਬ ਦੀ ਹਜ਼ੂਰੀ ਦੇ ਜਾਏਗਾ। ਬਾਬਾ ਫਰੀਦ ਸਾਹਿਬ ਨੇ ਤਾਂ ਹੀ ਬਾਣੀ ਅੰਦਰ ਆਖੀ ਹੈ ਕਿ ਫਰੀਦਾ ਜਿਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ। ਤੈਨੂੰ ਸਾਈਂ ਦੀ ਹਜ਼ੂਰੀ ਦੇ ਵਿੱਚ, ਰੱਬ ਦੇ ਦਰਬਾਰ ਦੇ ਤੈਨੂੰ ਸ਼ਰਮਿੰਦਗੀ ਨਾ ਚੁੱਕਣੀ ਪਏ। ਕਿਉਂਕਿ ਬਾਬਾ ਫਰੀਦ ਸਾਹਿਬ ਨੇ ਅੱਜ ਕਰਮਾਂ ਦੀ ਗੱਲ ਕੀਤੀ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਲੋੜੈ ਦਾਖ ਬਿਜੋਰੀਆਂ,
ਕਿੱਕਰ ਬੀਜੈ ਜੱਟ। ਕਿੱਕਰ ਬੀਜ ਕੇ ਤੂੰ ਦਾਖਾਂ ਦੀ ਆਸ ਕਰਦਾ ਹੈ। ਕਰਮ ਰੂਪੀ ਧਰਤੀ ਦੇ ਉੱਪਰ ਜਿਸ ਤਰ੍ਹਾਂ ਕਰਮ ਕਮਾਏ ਨੇ, ਚੰਗੇ ਕਮਾਏ ਨੇ, ਚੰਗਾ ਫਲ ਮਿਲਣਾ ਹੈ। ਜੇ ਮਾੜੇ ਕਮਾਏ ਨੇ ਤੇ ਮਾੜਾ ਹੀ ਮਿਲਣਾ ਹੈ। ਅਸੀਂ ਆਸਾ ਕੀ ਵਾਰ ਦੇ ਅੰਦਰ ਇਹ ਪਾਵਨ ਬਚਨ ਪੜ੍ਹਦੇ ਹਾਂ ਕਿ ਨਾਨਕ ਜੀਓ ਉਪਾਏ ਕੈ ਲਿਖਨਾਵੇਂ ਧਰਮ ਬਹਾਲਿਆ। ਬੜੇ ਸੁਖੇਨ ਅਰਥ ਨੇ, ਸਮਝ ਗਏ ਹੋਗੇ ਆਪ ਜੀ ਕਿ हे ਨਾਨਕ ਜੀ ਉਪਾਏ ਕੇ, ਜੀ ਨੂੰ ਪੈਦਾ ਕਰਕੇ ਲਿਖਨਾਵੇਂ ਧਰਮ ਬਹਾਲਿਆ। ਧਰਮ ਰੂਪੀ ਮਰਿਆਦਾ ਜਿਹੜੀ ਹੈ ਉਹ ਕਾਇਮ ਕਰ ਦਿੱਤੀ। ਨਾਨਕ ਜੀਓ ਉਪਾਏ ਕੈ ਲਿਖਨਾਵੇਂ ਧਰਮ ਬਹਾਲਿਆ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੁਕਾਲੇ ਦੋਜਕ ਚਾਲਿਆ। ਤੇਰੇ ਨਾਏ ਰਤੇ ਸਿਜਣ ਗਏ। ਜਿਹੜੇ ਤੇਰੇ ਨਾਮ ਦੇ ਨਾਲ ਰੰਗੇ ਹੋਏ ਨੇ ਉਹ ਜਿੱਤ ਕੇ ਗਏ ਨੇ, ਹਾਰ ਗਏ ਸੇ ਠੱਗਣ ਵਾਲੇ ਆ। ਅਗਲੀ ਪੌੜੀ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਆਪੀ ਨੇ ਭੋਗ ਭੋਗ ਕੇ, ਰੱਬ ਸਾਰਿਆਂ ਵਿੱਚ ਹੈ ਪਰ ਮਾਲਕ ਆਖਦੇ ਨੇ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੋਰ ਸਧਾਇਆ। ਅਖੀਰ ਇਹ ਸਰੀਰ ਭਸਮੜ ਹੋ ਗਿਆ, ਸਵਾਹ ਹੋ ਗਿਆ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੋਰ ਸਧਾਇਆ। ਵੱਡਾ ਹੋਆ ਦੁਨੀਦਾਰ, ਜਿਹੜਾ ਦੁਨੀਆ ਦੇ ਅੰਦਰ ਖਚਤ ਸੀ ਉਹ ਵੱਡਾ ਹੋ ਗਿਆ, ਭਾਵ ਕਿ ਸੰਸਾਰ ਤੇ ਚੋਂ ਤੁਰ ਪਿਆ। ਜਿਵੇਂ ਆਮ ਸ਼ਬਦ ਇਹ ਵਰਤਿਆ ਜਾਂਦਾ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਦੀਵਾ ਬੁਝਾ ਦਿਓ, ਕਹਿੰਦੇ ਆ ਕਿ ਦੀਵਾ ਵਧਾ ਦਿਓ। ਇਹ ਨਹੀਂ ਕਹਿੰਦੇ ਕਿ ਦੁਕਾਨ ਨੂੰ ਬੰਦ ਕਰ ਦਿਓ, ਦੁਕਾਨ ਵਧਾ ਦਿਓ। ਇੱਥੇ ਵੀ ਸ਼ਬਦ ਵਰਤਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿ ਵੱਡਾ ਹੋਆ ਦੁਨੀਦਾਰ। ਜੋ ਦੁਨੀਆ ਦੇ ਅੰਦਰ ਸੰਸਾਰ ਦੇ ਪਦਾਰਥਾਂ ਦੇ ਖਚਤ ਸੀ ਉਹ ਵੱਡਾ ਹੋ ਗਿਆ, ਸੰਸਾਰ ਦੇ ਚੋਂ ਤੁਰ ਪਿਆ। ਗਲ ਸੰਗਲ ਘਾਤ ਚਲਾਇਆ ਤੇ ਗਲ ਦੇ ਅੰਗਲ ਸੰਗਲ ਪੈ ਗਏ ਨੇ। ਹੁਣ ਕਿਸੇ ਨੇ ਸਵਾਲ ਕੀਤਾ, ਜਦੋਂ ਸਰੀਰ ਹੀ ਨਾਲ ਜਾਣ ਵਾਲਾ ਨਹੀਂ ਤੇ ਸੰਗਲਾਂ ਕਿਹੜੀਆਂ ਪੈ ਗਈਆਂ? ਗੁਰਦੇਵ ਪਾਤਸ਼ਾਹ ਆਖਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਔਗਣਾ ਰੂਪੀ ਜੰਜੀਰੀਆਂ, ਔਗਣਾ ਰੂਪੀ ਸੰਗਲ ਉਸ ਨੂੰ ਪੈ ਗਏ। ਤੇ ਮੇਰੇ ਮਾਲਕ ਆਖਦੇ ਨੇ ਕਿ ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੋਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਥਾਂ ਨਾ ਹੋਵੇ ਪੌਂਦੀ, ਹੁਣ ਸੁਣਿਆ ਕਿਆ ਰਵਾਇਆ। ਜੋ ਬਾਬਾ ਫਰੀਦ ਸਾਹਿਬ ਆਖਦੇ ਨੇ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਇੱਕ ਹੋਰ ਪੌੜੀ ਅੰਦਰ ਆਖਦੇ ਕਿ ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਇਹ ਸਰੀਰ ਰੂਪੀ ਕੱਪੜਾ ਜਿਹੜਾ ਹੈ ਦੁਨੀਆ ਦੇ ਛੋੜ ਕੇ ਹੀ ਜਾਣਾ ਪੈਣਾ ਹੈ। ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਤੈਨੂੰ ਆਪ ਆਪਣਾ ਕੀਤਾ ਹੋਇਆ ਪਾਣਾ ਪਏਗਾ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਿੱਖ ਕੌਮ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ, ਸਾਹਿਤਕਾਰ ਹੋਏ ਨੇ ਤੇ ਰੱਬ ਦੇ ਨਾਲ ਬੰਦਗੀ ਦੇ ਨਾਲ ਜੁੜੇ ਹੋਏ। ਕੇਵਲ ਦੁਨਿਆਵੀ ਗਿਆਨ ਨਹੀਂ, ਰੱਬ ਦੀ ਬੰਦਗੀ ਦੇ ਭਿੱਜੇ ਹੋਏ। ਉਹਨਾਂ ਨੇ ਗੱਲ ਕਹੀ, ਉਹ ਆਖਣ ਲੱਗੇ ਕਿ ਰੱਬ ਨੇ ਤੇ ਸਾਰਿਆਂ ਨੂੰ ਅੰਗੂਰ ਦਿੱਤੇ ਨੇ। ਹੁਣ ਮਨੁੱਖ ਦੀ ਆਪਣੀ ਸੋਚਣੀ ਹੈ, ਕਿਸੇ ਨੇ ਉਹਨਾਂ ਅੰਗੂਰਾਂ ਦੀ ਸ਼ਰਾਬ ਬਣਾ ਲਈ ਤੇ ਕਿਸੇ ਨੇ ਉਹਨਾਂ ਅੰਗੂਰਾਂ ਨੂੰ ਗਲੂਕੋਜ਼ ਬਣਾ ਕੇ ਆਪਣਾ ਵੀ ਭਲਾ ਕੀਤਾ, ਲੁਕਾਈ ਦਾ ਹੀ ਭਲਾ ਕੀਤਾ। ਰੱਬ ਨੇ ਜੀ ਨੂੰ ਪੈਦਾ ਕਰਕੇ ਦੁਨੀਆ ਦੇ ਸੁੱਖ ਦਿੱਤੇ ਨੇ ਤੇ ਨਾਲ ਰੱਬ ਨੇ ਸੋਚਣ ਦੀ, ਸਮਝਣ ਦੀ ਤਾਕਤ ਦਿੱਤੀ ਹੈ। ਇਸ ਲਈ ਇਹਨਾਂ ਕਰਮਾਂ ਦਾ ਦੋਸ਼ ਰੱਬ ਨੂੰ ਨਾ ਦੇ। ਰੱਬ ਨੇ ਤੈਨੂੰ ਸੋਝੀ ਦਿੱਤੀ ਹੈ, ਤੇਰੇ ਉੱਪਰ ਹੈ। ਉਹਨਾਂ ਅੰਗੂਰਾਂ ਦੀ ਤੂੰ ਸ਼ਰਾਬ ਬਣਾਉਂਦਾ ਹੈ, ਉਹਨਾਂ ਅੰਗੂਰਾਂ ਦਾ ਗਲੂਕੋਜ਼ ਬਣਾ ਕੇ ਆਪਣਾ ਤੇ ਲੁਕਾਈ ਦਾ ਭਲਾ ਕਰਨਾ ਹੈ। ਤਾਂ ਹੀ ਗੁਰਦੇਵ ਪਾਤਸ਼ਾਹ ਨੇ ਆਖਿਆ ਕਿ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣੇ ਆ। ਇਹ ਮੇਰੇ ਆਪਣੇ ਕਰਮਾਂ ਦਾ ਦੋਸ਼ ਹੈ। ਇਹ ਕਰਮ ਰੂਪੀ ਧਰਤੀ ਪਰ ਜਿਸ ਤਰ੍ਹਾਂ ਬੀਜੇ ਹੈ ਉਸ ਤਰ੍ਹਾਂ ਦਾ ਹੀ ਅੰਕੁਰਨਾ ਹੈ। ਕਿ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣੇ ਆ। ਜੋ ਮੈਂ ਕੀਆ
सो मैं पाया, दोष ना दीजे अवर जना। किसे होर नूं दोष ना दे, तेरे अपने कर्मां दा निचोड़ है, सार है। भगतां ने आख्या कि नारायण निंदस भूली काए गवारी। नारायण नूं प्रभु नूं भुला के विसार के हे भूली जीव रूपी इस्तरी। के नारायण निंदस काए भूली गवारी। दुकृत सुकृत थारो करम री। चंगा मंदा पाप पुन तेरे अपने कर्मां दा सार है। पर धन सतगुरु महाराज आखदे ने भावें कर्म तेरे माड़े ने, उन्हां कर्मां अंदर ही खचत ना हो, तू गुरु दी रब दी शरण च आ जा। रब इतना बेअंत है, प्रभु इतना बेअंत है, तेरे अवगुणा नूं कट्टण वाला है। गुरु कलगीधर पातशाह महाराज नूं सिखां ने सवाल किया, गुरदेव बाणी आखदी है कि जीव दे कीते होए कर्मां नूं कोई मेट नहीं सकदा, कि लेख न मिटे हे सखी। जो लिखिया करतार, जो करतार ने परमेश्वर ने लेख लिखे ने, कोई मेट नहीं सकदा। गुरदेव पातशाह आखले किसी अंदर ताकत नहीं कि रब दे लेखा नूं मेट सके, पर रब ते मेट सकदा है ना। जिवें मालिक दे हाथ दे विच स्टैंप होए ना, ते उस स्टैंप दे अखर पुठे आउंदे ने, पर जदों कागज दे उपर लगदी है स्टैंप, अखर सिद्धे बन जांदे ने। जीव तेरे मत्थियां दे कीते होए कर्मां दे लेख पुठे ने, पर ये मस्तक जे मालिक दे चरनां दे विच पै वे, ये मस्तक जे गुरु दे चरनां दे विच आ जाए, रब दे चरनां दे विच आ जाए, ते रब अपनी स्टैंप दे नाल तेरे मंद कर्मां दे लेख भी सिद्धे पा दिंदा है। श्रीमान भाई साहब भाई गुरदास जी का बचन है, वो आखदे ने मनुख ने कागज बड़े संभाले होण, डॉकूमेंट्स असीं बड़े संभाल के रखते हैं। कागजां दे उपर एक पानी की बूंद पे ते वो सारे कागज नूं खराब करके रख दिंदी है, विनाश कर दिंदी है। एक पानी की बूंद पई, सारे कागज खराब हो गया, जो बड़े यत्नां दे नाल असीं संभालिया सी, तैयार कीता सी। पर भाई गुरदास जी आखदे ने जे उस कागज नूं घिओ की थंधियाई मिल जाए, घिओ की संगत मिल जाए, तो वह कागज भावें पानी दे च डुबो दिता जाए ना, पानी उहदा कुछ बिगाड़ नहीं सकता। गल है कि घिओ की संगत प्राप्त की उसने। भाई साहब भाई गुरदास जी आखते हैं कि 100 मन रोई होए ते 100 मन रोई नूं अग लाण वास्ते 100 मन अग की लोड़ नहीं, छोटी चिंगारी साड़ के 100 मन रोई नूं स्वाह कर देंदी है। पर उसे रूह नूं जे घिओ की जां तेल की संगत मिल जाए, वो फिर अग उसका कुछ बिगाड़ नहीं सकती। सगों गुरदेव पातशाह भाई साहब भाई गुरदास जी आखते ने तेल की संगत करके वो रूह सारी रात जगदी रहती है, घर का अंदर भी चानण करती है। ते तीसरी गल भाई साहब करते हैं, आखते हैं कि लोहा जिहड़ा है पानी दे समुंदर सुटिया जाए डुब जाता है, पर उस लोहे नूं जे संगत मिल जाए किसदी, जे लोहे नूं लकड़ की संगत मिल जाए, काष्ठ की संगत मिल जाए, लोहा आप भी तरदा है ते लोहे दे उपर जां नाव दे उपर सवार होने वालियां नूं उन्हां नूं भी तार दिंदा है। भाई साहब भाई गुरदास जी का बचन है, आखते हैं कि जैसे किरतास गर जात जल बूंद परी, जिवें कागज के उपर पानी की बूंद पै जाए तो गल जाता है, जैसे किरतास गर जात जल बूंद परी, किरत संबंध जल मद सावधान है। घ्यो की संगत करके जल दे च रहिंदियां होइयां भी जल कुछ बिगाड़ नहीं सकता उसदा। जैसे कोट भार तूल तनक चिनक जरै, करोड़ा भार रोई नो छोटी चिंगारी साड़ के स्वाह कर देंदी है। जैसे कोट भार तूल तनक चिनक जरै, तेल मेल दीपक में बाती विद्यमान है। जैसे लोहो बूढ़ जात सलल में, लोहा सलल के अंदर पानी अंदर सरोवर अंदर डूब जाता है। जैसे लोहो बूढ़ जात सलल में डारत ही काष्ठ, प्रसंग संग सागर ना मान है। तैसे जमकाल ब्याल सगल संसार ग्रस है। सतगुर भेटत ही दासन दसान है, पर जे गुरु की शरण च आ जाए तो काल ब्याल भी दा कुछ बिगाड़ नहीं सकते।
ਗੁਰੂ ਸਾਰੇ ਔਗੁਣਾਂ ਨੂੰ ਮੇਟ ਕੇ ਉਸ ਨੂੰ ਸੋਹਣੇ ਜੀਵਨ ਵਾਲਾ, ਪਾਕ ਜੀਵਨ ਵਾਲਾ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਐਮਨਾਬਾਦ ਦੀ ਧਰਤੀ ਉੱਪਰ ਗਏ ਤੇ ਮਲਕ ਭਾਗੋ ਆਇਆ। ਗੱਲ ਸੰਖੇਪ ਰੱਖਾਂ, ਮੇਰਾ ਸਮਾਂ ਸਮਾਪਤ ਹੈ। ਮਲਕ ਭਾਗੋ ਆਇਆ, ਪਹਿਲੇ ਅਹਿਲਕਾਰਾਂ ਨੂੰ ਭੇਜਿਆ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਟਿਕੇ ਹੋਏ ਸਨ ਤੇ ਫਿਰ ਮਲਕ ਭਾਗੋ ਆਪ ਆਇਆ। ਆਖਣ ਲੱਗਾ, ਗੁਰਦੇਵ ਪਾਤਸ਼ਾਹ ਜੇ ਤੁਸੀਂ ਨਹੀਂ ਜਾ ਰਹੇ ਤੇ ਕਿਰਪਾ ਕਰੋ, ਭਾਵੇਂ ਕੁਝ ਨਾ ਖਾਇਓ, ਕੁਝ ਸਮੇਂ ਲਈ ਮੇਰੇ ਘਰ ਆ ਜਾਓ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿਣ ਲੱਗਾ, ਮੈਂ ਭੋਜ ਕੀਤਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ, ਮਲਕ ਭਾਗੋ ਤੂੰ ਬ੍ਰਹਮ ਭੋਜ ਨਹੀਂ, ਚਰਮ ਭੋਗ ਕੀਤਾ ਹੋਇਆ। ਤੇਰੀ ਕਮਾਈ ਜਿਹੜੀ ਹੈ ਠੱਗੀ ਦੀ, ਬੇਈਮਾਨੀ ਦੀ, ਪਾਪਾਂ ਦੀ ਕਮਾਈ ਹੈ, ਉਹ ਚਰਮ ਭੋਗ ਹੈ। ਤੇ ਕਿੱਕਰ ਦਾ ਬੀਜ ਤੇ ਬੜਾ ਛੋਟਾ ਜਿਹਾ ਹੈ, ਪਰ ਜਦੋਂ ਜ਼ਮੀਨ ਦੀ ਧਰਤੀ ਅੰਦਰ, ਹਿਰਦੇ ਅੰਦਰ ਬੋਇਆ ਜਾਏ, ਫਿਰ ਕੰਡੇ ਉਸ ਕਿੱਕਰ ਦੇ ਬੜੇ ਹੁੰਦੇ ਨੇ। ਤੇਰੇ ਇਹਨਾਂ ਮੰਦ ਕਰਮਾਂ ਦੇ ਵਿੱਚ ਤੇਰੇ ਕੀਤੇ ਹੋਏ ਚਰਮ ਭੋਗ ਦੇ ਸ਼ਾਮਿਲ ਨਹੀਂ ਹੋਣਾ, ਕਿਉਂਕਿ ਜਿਹੜੀ ਸਰੀਰ ਕਰਮ ਰੂਪੀ ਧਰਤੀ ਉੱਪਰ ਜਿਸ ਤਰ੍ਹਾਂ ਦਾ ਬੀਜਦਾ ਹੈ ਉਸ ਤਰ੍ਹਾਂ ਦਾ ਭੋਗਣਾ ਪੈਂਦਾ ਹੈ। ਪਰ ਗੁਰਦੇਵ ਆਖਦੇ ਨੇ, ਜੇ ਤੂੰ ਰੱਬ ਦੀ, ਗੁਰੂ ਦੀ ਸ਼ਰਨ 'ਚ ਆ ਜਾਏ ਤੇ ਮੇਰਾ ਮਾਲਕ ਇਤਨਾ ਬੇਅੰਤ ਹੈ ਕਿ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਉਹ ਮਾਲਕ ਮੇਰੇ ਅਵਗੁਣਾਂ ਵੱਲ ਵੀ ਧਿਆਨ ਨਹੀਂ ਕਰਦਾ, ਫਿਰ ਮੇਰੇ ਅਵਗੁਣਾਂ ਨੂੰ ਹੀ ਮੇਟ ਦਿੰਦਾ ਹੈ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ। ਮੇਰੇ ਅਵਗੁਣਾਂ ਤੱਕ ਨੂੰ ਮੇਟਣ ਵਾਲਾ ਹੈ। ਗੁਰਦੇਵ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜਿਨ ਕੋ ਕਿਰਪਾ ਕਰੀ ਜਗਜੀਵਨ, ਜਿਨ੍ਹਾਂ ਦੇ ਉੱਪਰ ਮੇਰੇ ਮਾਲਕ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਜਿਨ ਕੋ ਕਿਰਪਾ ਕਰੀ ਜਗਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜ ਨੇ ਵੀ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਫਾੜ ਦਿੱਤਾ, ਉਹਨਾਂ ਦਾ ਲੇਖਾ ਨਿਬੜ ਗਿਆ, ਜਿਹੜੇ ਗੁਰੂ ਦੇ ਪ੍ਰਭੂ ਦੀ ਸ਼ਰਨ 'ਚ ਆ ਗਏ। ਇਸ ਲਈ ਗੁਰਦੇਵ ਆਖਦੇ ਨੇ, ਜੇ ਸੁਖ ਚਾਹੁੰਦਾ ਹੈ ਨਾ ਫਿਰ ਚੰਗੇ ਕਰਮ ਕਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਕੇਵਲ ਇੱਕੋ ਪੰਕਤੀ ਸੁਣੀ ਸੀ। ਮੈਂ ਕਈ ਵਾਰੀ ਕਹਿੰਦਾ ਹਾਂ ਕਿ ਕੁਰਬਾਨ ਜਾਵਾਂ ਉਹਨਾਂ ਗੁਰਸਿੱਖਾਂ ਤੋਂ। ਜੇ ਭਾਈ ਜੋਧ ਨੇ ਇੱਕ ਪੰਕਤੀ ਸੁਣੀ, ਭਾਈ ਜੋਧ ਦੇ ਜੀਵਨ ਦੀ ਤਬਦੀਲੀ ਆ ਗਈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਨੂੰ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਜੋ ਹੋਰ ਪਾਸੇ ਪਿਆ ਹੋਇਆ ਸੀ, ਉਹ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸ਼ਰਨ 'ਚ ਆ ਗਏ ਆ। ਸੱਜਣ ਠੱਗ ਨੂੰ ਅਸੀਂ ਨਿੰਦੇ ਰਹਿੰਦੇ ਆ, ਪਰ ਸੱਜਣ ਠੱਗ ਨੇ ਇੱਕੋ ਸ਼ਬਦ ਸੁਣਿਆ, ਜੀਵਨ ਅੰਦਰ ਤਬਦੀਲੀ ਆ ਗਈ। ਠੱਗ ਨਹੀਂ ਰਿਹਾ, ਸੱਜਣ ਬਣ ਗਏ ਆ। ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੰਕਤੀ ਸੁਣੀ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਕਾਲ, ਬੁਰੀ ਕਿਉਂ ਕਾਲੀਏ, ਜੇ ਕੀਤਾ ਹੋਇਆ ਪਾਣਾ ਹੀ ਹੈ। ਇਹ ਕਰਮ ਰੂਪੀ ਧਰਤੀ ਉੱਪਰ ਜਿਸ ਤਰ੍ਹਾਂ ਦਾ ਬੀਜਣਾ ਹੈ ਉਹ ਪ੍ਰਾਪਤ ਕਰਨਾ ਪਏਗਾ, ਹੰਡਣਾ ਪਏਗਾ। ਉਹ ਜੇ ਕੀਤਾ ਪਾਈਏ ਆਪਣਾ ਸਕਾਲ, ਬੁਰੀ ਕਿਉਂ ਕਾਲੀਏ, ਮੰਦਾ ਮੂਲਨਾ ਕੀਚੇ ਦੇ ਲੰਬੀ ਨਜ਼ਰ ਨਿਹਾਲੀਐ, ਜਿਉ ਸਹਿਬ ਨਾਨਾ ਹਾਰੀਐ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਭਾਈ ਲਹਿਣਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਝੁਕ ਗਏ ਨੇ ਤੇ 7.5 ਸਾਲ ਦੀ ਸੇਵਾ ਕਰਕੇ ਭਾਈ ਲਹਿਣਾ ਨਹੀਂ ਰਿਹਾ, ਉਹ ਗੁਰੂ ਨਾਨਕ ਦਾ ਰੂਪ ਬਣ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਬਣ ਗਏ। ਸਤਿਗੁਰ ਕਿਰਪਾ ਕਰਨ, ਜੋ ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਲੋਕ ਅੰਦਰ ਕਿਰਪਾ ਕੀਤੀ ਹੈ, ਪੜ੍ਹ ਕੇ ਸਮਾਪਤੀ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ, ਪੈਂਦਾ ਲੋੜੈ ਪਟ। ਬੋਲਦਿਆਂ ਬੇਅੰਤ ਭੁੱਲਾ, ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ। ਆਖੋ ਪਿਆਰ ਨਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ